ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਪੁਆਧੀ ਟੀਵੀ। ਮੈਂ ਹਾਂ ਧਨਵੰਤ ਸਿੰਘ ਘਮਾਣ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ, ਅਸੀਂ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਦੇ ਹੁੰਦੇ ਹਾਂ ਕਿਸੇ ਖਾਸ ਵਿਸ਼ੇ ਦੇ ਉੱਤੇ, ਕਿਸੇ ਖਾਸ ਸ਼ਖਸੀਅਤ ਦੇ ਨਾਲ। ਤੇ ਅੱਜ ਫਿਰ ਗੱਲਬਾਤ ਕਰਾਂਗੇ ਜਿਹੜੀ ਕਿ ਕੱਲ ਸਾਰਾ ਦਿਨ ਮੁੱਦਾ ਬਣੀ ਰਹੀ ਵੱਡੀ ਖਬਰ ਸੁਮੇਧ ਸੈਣੀ ਹੋਰਾਂ ਦੀ ਗ੍ਰਿਫਤਾਰੀ। ਤੇ ਇਸ ਮੁੱਦੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਡਾਕਟਰ ਸਾਹਿਬ, ਡਾਕਟਰ ਭੀਮਿੰਦਰ ਜੀ। ਸਭ ਤੋਂ ਪਹਿਲਾਂ ਡਾਕਟਰ ਸਾਹਿਬ ਦਾ ਸਵਾਗਤ ਕਰ ਲੈਣ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਧਨਵੰਤ ਜੀ। ਡਾਕਟਰ ਸਾਹਿਬ, ਜਿਵੇਂ ਕਿ ਕੱਲ ਸਾਰਾ ਦਿਨ ਇੱਕ ਵੱਡੀ ਖਬਰ ਬਣੀ ਰਹੀ ਹੈ ਸੁਮੇਧ ਸੈਣੀ ਹੋਰਾਂ ਦਾ, ਜਿਹੜੀ ਕਿ ਗ੍ਰਿਫਤਾਰੀ ਹੋਈ ਹੈ। ਸੁਮੇਧ ਸੈਣੀ ਹੋਰੀ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਕਿ ਪੁਲਿਸ ਨੂੰ ਉਹਨਾਂ ਦੀ ਭਾਲ ਵੀ ਸੀ, ਤੇ ਉਹਨਾਂ ਤੇ ਫਿਲਹਾਲ ਤਾਂ ਜਿਹੜੇ ਕੇਸ ਦੇ ਵਿੱਚ ਗ੍ਰਿਫਤਾਰੀ ਹੋਈ ਆ ਉਹ ਬੇਸ਼ੱਕ ਹਾਲੇ ਤੱਕ ਕਲੀਅਰ ਨਹੀਂ ਕੀਤਾ ਗਿਆ, ਪਰ ਉਸ ਤੋਂ ਪਹਿਲਾਂ ਜਿਹੜੇ ਕਿ 84 ਦੇ ਕਤਲੇਆਮ ਹੈ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਉਹਦੇ ਨਾਲ ਸੁਮੇਧ ਸੈਣੀ ਹੋਰਾਂ ਨੂੰ ਜੋੜਿਆ ਜਾਂਦਾ ਹੈ। ਤੇ ਉਸ ਤੋਂ ਬਾਅਦ ਜਦੋਂ ਬਰਗਾੜੀ ਕਾਂਡ ਵਾਪਰਦਾ ਉਹਦੇ ਵਿੱਚ ਵੀ ਸੁਮੇਧ ਸੈਣੀ ਹੋਰਾਂ ਤੋਂ ਪੁੱਛਗਿੱਛ ਹੁੰਦੀ ਹੈ। ਤਾਂ ਜਦੋਂ ਇੰਨਾ ਲੰਬਾ ਵਕਫਾ ਫਿਰ ਜਿਹੜਾ ਪੈ ਗਿਆ ਇਹਦੇ ਵਿੱਚ, ਤਾਂ ਹੁਣ ਤੱਕ ਜਿਹੜੀ ਸੁਮੇਧ ਸੈਣੀ ਹੋਰਾਂ ਦੀ ਗ੍ਰਿਫਤਾਰੀ ਕਿਉਂ ਨਹੀਂ ਕੀਤੀ ਗਈ? ਧਨਵੰਤ ਜੀ, ਦੇਖੋ, ਮੈਂ ਇਹ ਕਹਾਂਗਾ ਕਿ ਇਹ ਜਿਹੜਾ ਫੈਸਲਾ ਹੈ ਕੈਪਟਨ ਸਾਹਿਬ ਦਾ ਜਾਂ ਕਾਂਗਰਸ ਦਾ, ਇਹ ਇੱਕ ਦੇਰ ਆਏ ਦੁਰਸਤ ਆਏ, ਇੱਕ ਦੁਰਸਤ ਫੈਸਲਾ ਹੈ। ਔਰ ਪਰ ਸਵਾਲ ਜਿਵੇਂ ਤੁਸੀਂ ਕਹਿ ਰਹੇ ਹੋ ਕਿ 4.5 ਸਾਲ ਕੈਪਟਨ ਸਾਹਿਬ ਨੂੰ ਮੁੱਖ ਮੰਤਰੀ ਬਣਿਆ ਹੋ ਗਏ, ਉਹਨਾਂ ਨੇ ਅੱਜ ਤੱਕ ਜਿਹੜਾ ਹੈਗਾ ਕੈਪਟਨ ਸਾਹਿਬ ਨੇ ਇਹਨਾਂ ਦੀ ਸੁਮੇਧ ਸੈਣੀ ਹੋਰਾਂ ਦੀ ਗ੍ਰਿਫਤਾਰੀ ਕਿਉਂ ਨਹੀਂ ਕਰਵਾਈ? ਜੇ ਅੱਜ ਵਿਜੀਲੈਂਸ ਜਾਗ ਸਕਦੀ ਹੈ ਤਾਂ 4 ਸਾਲ ਪਹਿਲਾਂ ਕਿਉਂ ਨਹੀਂ ਜਾਗੀ? ਸੋ ਵੱਡਾ ਸਵਾਲ ਹੈ ਇਸ ਵੇਲੇ ਕੈਪਟਨ ਸਾਹਿਬ ਤੇ ਔਰ ਕਾਂਗਰਸ ਦੇ ਉੱਤੇ। ਪਹਿਲੀ ਗੱਲ ਤਾਂ ਇਹ ਸਾਨੂੰ ਪੁੱਛਣਾ ਬਣਦਾ ਹੈ। ਦੂਜਾ ਹੈ, ਜਿੱਥੋਂ ਤੱਕ ਸੁਮੇਧ ਸੈਣੀ ਦਾ ਸੰਬੰਧ ਹੈ, ਉਹਨਾਂ ਦਾ ਕੈਰੀਅਰ ਜਦੋਂ ਅਸੀਂ ਦੇਖਦੇ ਹਾਂ, ਜਿਵੇਂ ਤੁਸੀਂ ਕਿਹਾ ਕਿ 80ਵੀਆਂ ਤੋਂ ਲੈ ਕੇ ਅੱਜ ਤੱਕ ਉਹ ਕਿਸੇ ਨਾ ਕਿਸੇ ਵਿਰੋਧ ਦੇ ਵਿੱਚ ਘਿਰਦੇ ਰਹੇ ਨੇ, ਕਿਸੇ ਨਾ ਕਿਸੇ ਵਿਵਾਦ ਦੇ ਵਿੱਚ ਘਿਰਦੇ ਰਹੇ ਨੇ। ਚਾਹੇ ਉਹ 84 ਦਾ, ਜਿਵੇਂ ਤੁਸੀਂ ਕਿਹਾ, 80ਵੀਆਂ ਦੇ ਵਿੱਚ ਜਿਹੜਾ ਬਹੁਤ ਵੱਡਾ ਅੱਤਵਾਦੀ ਜਿਹੜਾ ਕਾਲ ਰਿਹਾ, ਖਾੜਕੂਵਾਦ ਰਿਹਾ, ਉਹਦੇ ਵਿੱਚ ਸਾਡੇ ਜਿਹੜੇ ਨੌਜਵਾਨਾਂ ਦੀਆਂ, ਸਿੱਖ ਨੌਜਵਾਨਾਂ ਦੀਆਂ ਸ਼ਹੀਦੀਆਂ ਦਾ ਮਸਲਾ ਜਿਹੜਾ ਹੈਗਾ ਉਹਨਾਂ ਦੇ ਨਾਲ ਕਿਤੇ ਨਾ ਕਿਤੇ ਜੁੜਦਾ ਰਿਹਾ। ਉਸ ਤੋਂ ਬਾਅਦ ਕੋਟਕਪੂਰਾ ਗੋਲੀ ਕਾਂਡ ਦੇ ਨਾਲ ਵੀ ਉਹਨਾਂ ਦਾ ਜਿਹੜਾ ਹੈਗਾ ਮਸਲਾ ਜਿਹੜਾ ਹੈਗਾ ਉਲਝਦਾ ਰਿਹਾ। ਔਰ ਲਗਾਤਾਰ ਜਿਹੜੀ 10 ਸਾਲ ਰਹੀ ਹੈ ਸੱਤਾ ਅਕਾਲੀ ਦਲ ਤੇ ਬੀਜੇਪੀ ਦੀ, ਉਹਦੇ ਦੌਰਾਨ ਵੀ ਉਹਨਾਂ ਨੂੰ ਵੱਡਾ ਅਹੁਦਾ ਦਿੱਤਾ ਗਿਆ, DGP ਦਾ ਅਹੁਦਾ ਦਿੱਤਾ ਗਿਆ ਸੀਗਾ, ਸਭ ਤੋਂ ਵੱਡਾ ਪੁਲਿਸ ਦਾ ਅਹੁਦਾ ਹੁੰਦਾ ਹੈ। ਸੋ ਉਸ ਦੌਰਾਨ ਵੀ ਉਹਨਾਂ ਦੇ ਉੱਤੇ ਜਿਹੜਾ ਹੈਗਾ ਕਾਫੀ ਵਿਵਾਦਿਤ ਗੱਲਾਂ ਚੱਲਦੀਆਂ ਰਹੀਆਂ ਨੇ ਉਹਨਾਂ ਦੇ ਬਾਰੇ। ਸੋ ਕਹਿਣ ਦਾ ਮਤਲਬ ਇਹੀ ਹੈ ਕਿ ਲਗਾਤਾਰ ਸੈਣੀ ਸਾਹਿਬ ਵਿਵਾਦਾਂ 'ਚ ਘਿਰਦੇ ਰਹੇ ਆ। ਪਰ ਗੱਲ ਸਵਾਲ ਇਸ ਵੇਲੇ ਕਾਂਗਰਸ ਦੇ ਉੱਤੇ ਬਹੁਤ ਵੱਡੇ ਇਹੀ ਨੇ ਕਿ ਜੇਕਰ ਉਹਨਾਂ ਨੂੰ ਜਿਹੜਾ ਇਹ ਕਿਹਾ ਜਾ ਰਿਹਾ ਕਿ ਉਹਨਾਂ ਨੇ ਆਮਦਨ ਤੋਂ ਵੱਧ ਪੈਸੇ ਇਕੱਠੇ ਕੀਤੇ, ਉਹਨਾਂ ਨੇ ਕੋਠੀਆਂ ਦੇ ਉੱਤੇ ਕਬਜ਼ੇ ਕੀਤੇ, FIR 11 ਨੰਬਰ ਦਾ ਜਿਹੜਾ ਜ਼ਿਕਰ ਬਾਰ-ਬਾਰ ਹੋ ਰਿਹਾ ਹੈ ਕਿ ਉਹਦੇ ਆਧਾਰ 'ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ, ਤਾਂ ਮੈਨੂੰ ਲੱਗਦਾ ਕਿ ਇਹ ਤਾਂ ਲੋਕਾਂ ਨੂੰ ਬੁੱਧੂ ਬਣਾਉਣ ਦੀ ਕੋਸ਼ਿਸ਼ ਹੈ। ਪਰ ਅਸਲੀ ਗੱਲ 'ਤੇ ਕਿਉਂ ਨਹੀਂ ਆ ਰਹੀ ਸਰਕਾਰ ਕਿ ਉਹਨਾਂ ਦੇ ਉੱਤੇ ਜਿਹੜੇ ਵੱਡੇ ਜਿਹੜੇ ਇੱਕ ਇਲਜ਼ਾਮ ਲੱਗਦੇ ਰਹੇ ਆ। ਮੁਲਤਾਨੀ ਹੋਰਾਂ ਦਾ ਜਿਹੜਾ ਹੈਗਾ ਕੇਸ ਹੈ, ਤੁਹਾਨੂੰ ਵੀ ਯਾਦ ਹੋਏਗਾ, ਬੜਾ ਚਰਚਿਤ ਰਿਹਾ ਸੀਗਾ। ਔਰ ਉਸ ਕੇਸ ਦੇ ਵਿੱਚ ਵੀ ਉਹਨਾਂ ਨੂੰ ਗ੍ਰਿਫਤਾਰ ਕਰਨ ਲਈ ਅਦਾਲਤ ਵੱਲੋਂ ਕਿਹਾ ਗਿਆ ਸੀਗਾ। ਔਰ ਖਾਸ ਤੌਰ 'ਤੇ ਸੁਮੇਧ ਸੈਣੀ ਹੋਰਾਂ ਦੇ ਵਕੀਲਾਂ ਨੇ ਅਦਾਲਤ ਵੱਲੋਂ ਇਹ ਕਿਹਾ ਸੀਗਾ ਕਿ ਇਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ, ਇਸ ਤਰ੍ਹਾਂ ਦੀ ਛੋਟ ਲਈ ਸੀਗੀ। ਮੈਂ ਇਹ ਕਹਿਣਾ ਚਾਹੁੰਦਾ ਕਿ ਸਰਕਾਰਾਂ ਸਾਨੂੰ ਹੁਣ ਤੱਕ ਬੁੱਧੂ ਕਿਉਂ ਬਣਾਉਂਦੀਆਂ ਰਹੀਆਂ? ਜੇਕਰ ਇਹ ਵਿਵਾਦਤ ਚਿਹਰਾ ਰਹੇ ਸੀਗੇ ਤਾਂ ਪਹਿਲੀ ਗੱਲ ਤਾਂ ਸਵਾਲ ਇਹੀ ਪੈਦਾ ਹੁੰਦਾ ਕਿ ਅਕਾਲੀ ਦਲ ਔਰ BJP ਸਰਕਾਰ ਨੇ ਇਹਨਾਂ ਨੂੰ DGP ਕਿਵੇਂ ਬਣਾਤਾ? ਉਹਦੇ ਉੱਤੇ ਵੱਡੇ ਸਵਾਲ ਅਕਾਲੀ ਦਲ ਦੇ ਉੱਤੇ ਉੱਠਣੇ ਚਾਹੀਦੇ ਨੇ। ਔਰ ਜੇਕਰ ਉਹਨਾਂ ਨੇ, ਚਲੋ ਇਹ ਹੈ ਵੀ ਉਸ ਦੌਰਾਨ ਵੱਡੇ ਜਿਹੜੇ ਇਹਨਾਂ ਦੇ ਉੱਤੇ ਵਿਵਾਦਿਤ ਬਿਆਨ ਹੁੰਦੇ ਰਹੇ ਨੇ, ਉਹਨਾਂ ਦੇ ਉੱਤੇ ਕਾਰਵਾਈ ਕਿਉਂ 4.5 ਸਾਲ ਤੋਂ ਕੈਪਟਨ ਸਾਹਿਬ ਨੇ ਕਿਉਂ ਨਹੀਂ ਕੀਤੀ? ਇਹ ਵੱਡਾ ਸਵਾਲ ਹੈ। ਸੋ ਮੇਰਾ ਕਹਿਣ ਦਾ ਦੋਨੋਂ ਸਰਕਾਰਾਂ ਦੇ ਉੱਤੇ ਕਿ ਇੱਕ ਤਾਂ ਇਹਨਾਂ ਨੂੰ ਬਣਾਉਣ ਵਾਲੇ ਕਿ ਇਹਨਾਂ ਨੂੰ ਕਿਉਂਕਿ ਆਪਾਂ ਨੂੰ ਪਤਾ ਹੈ ਕਿ 80ਵੀਆਂ ਦੇ ਵਿੱਚ ਸਾਰੇ ਮੰਨਦੇ ਆ ਕਿ ਇਹ ਇੱਕ ਵਿਵਾਦਿਤ ਚਿਹਰਾ ਰਹੇ ਨੇ, ਉਹਦੇ ਬਾਵਜੂਦ ਇਹਨਾਂ ਨੂੰ DGP ਅਕਾਲੀ ਦਲ ਵੱਲੋਂ ਬਣਾਇਆ ਗਿਆ, BJP ਸਰਕਾਰ ਵੱਲੋਂ ਬਣਾਇਆ ਗਿਆ ਪੰਜਾਬ ਦੇ ਵਿੱਚ। ਸੋ ਉਸ ਤੋਂ ਬਾਅਦ ਲਗਾਤਾਰ 4.5 ਸਾਲ ਕੈਪਟਨ ਸਾਹਿਬ ਇਹ ਕਹਿੰਦੇ ਰਹੇ ਪਹਿਲਾਂ ਕਿ ਮੈਂ ਜਿਹੜਾ ਹੈਗਾ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰਾਂਗਾ, ਚਾਹੇ ਉਹ ਕੋਟਕਪੂਰਾ ਦੀ ਗੋਲੀ ਕਾਂਡ ਦਾ ਮਸਲਾ ਸੀਗਾ, ਚਾਹੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਫਾੜਨ ਦਾ ਮਸਲਾ ਸੀਗਾ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਸਰਕਾਰਾਂ ਕੀ ਕਰ ਰਹੀਆਂ ਨੇ? ਸਰਕਾਰਾਂ ਹੁਣ ਜਿਹੜੀਆਂ ਨੇ, ਇਹਨੂੰ ਟਾਈਮਿੰਗ ਦੇਖੋ ਧਨਵੰਤ ਜੀ, ਕਿ ਹੁਣ 6 ਮਹੀਨੇ ਰਹਿ ਗਏ। 6 ਮਹੀਨੇ ਰਹਿਣ ਕਰਕੇ ਹੁਣ ਕਿੱਥੇ ਦਾ ਸਵਾਲ ਕੈਪਟਨ ਸਾਹਿਬ ਦੇ ਉੱਠਦੇ ਸੀਗੇ ਕਿ ਘਰ ਘਰ ਨੌਕਰੀ ਦਾ ਵਾਅਦਾ ਕਿੱਥੇ ਗਿਆ? ਪੰਜਾਬ ਨੂੰ ਜਿਹੜਾ ਅੱਜ 3 ਲੱਖ ਕਰੋੜ ਰੁਪਏ ਦਾ ਪੰਜਾਬ ਦੇ ਉੱਤੇ ਕਰਜ਼ਾ ਹੈ, ਉਹ ਕੌਣ ਉਤਾਰੇਗਾ? ਅੱਜ ਹਰ ਬੱਚਾ ਜਿਹੜਾ ਹੈਗਾ ਕਰਜ਼ਈ ਪੰਜਾਬੀ ਜਿਹੜਾ ਹੈਗਾ ਪੈਦਾ ਹੁੰਦਾ।
ਉਹਨੂੰ ਕਿਵੇਂ ਉਤਾਰਿਆ ਜਾਏਗਾ। ਅੱਜ ਆਪਾਂ ਨੂੰ ਵੀ ਪਤਾ ਹੈ ਕਿ ਪੰਜਾਬ ਦੇ ਵਿੱਚ ਮਾਫੀਆ ਦਾ ਰਾਜ ਚੱਲ ਰਿਹਾ ਹੈ, ਉਹਨੂੰ ਕੰਟਰੋਲ ਕੌਣ ਕਰੇਗਾ। ਸੋ ਕਹਿਣ ਦਾ ਮਤਲਬ ਹੈ ਕਿ ਕਿਸਾਨੀ ਜਿਹੜੀ ਹੈਗੀ ਆ ਇਸ ਵੇਲੇ ਪਿਛਲੇ 9 ਮਹੀਨਿਆਂ ਤੋਂ ਸੜਕਾਂ ਦੇ ਉੱਤੇ ਹੈ, ਉਹਨਾਂ ਦੇ ਮਸਲੇ ਕੌਣ ਹੱਲ ਕਰੇਗਾ। ਸੋ ਦੂਜੇ ਪਾਸੇ ਕੀ ਹੋ ਰਿਹਾ ਕਿ ਸਿਰਫ ਰਾਜਨੀਤਿਕ ਹੋ ਰਹੀ ਹੈ ਦੋਨਾਂ ਪਾਸਿਆਂ ਤੋਂ, ਚਾਹੇ ਉਹ ਅਕਾਲੀ ਦਲ ਹੈ, ਚਾਹੇ ਕਾਂਗਰਸ ਹੈ, ਚਾਹੇ ਬੀਜੇਪੀ ਹੈ, ਔਰ ਜਾਂ ਹੋਰ ਜਿਹੜੀਆਂ ਪਾਰਟੀਆਂ ਨੇ ਇਸ ਮੁੱਦੇ ਦੇ ਜਿਹੜੀਆਂ ਨੇ ਸਿਰਫ ਤੇ ਸਿਰਫ ਰਾਜਨੀਤੀ ਕਰ ਰਹੀਆਂ ਨੇ। ਇਹਦੇ ਵਿੱਚੋਂ ਜਿਹੜੇ ਬੁਨਿਆਦੀ ਮੁੱਦੇ ਨੇ ਉਹ ਮਨਫੀ ਹੋ ਰਹੇ ਨੇ। ਪਰ ਇੱਕ ਪਾਸੇ ਇਹ ਕਿਹਾ ਜਾ ਰਿਹਾ ਕਿ ਅਸੀਂ ਸੁਮੇਧ ਸੈਣੀ ਨੂੰ ਗ੍ਰਿਫਤਾਰ ਕਰਕੇ ਪਤਾ ਨਹੀਂ ਅਸੀਂ ਕਿੱਡਾ ਕੁ ਵੱਡਾ ਮਾਰਕਾ ਮਾਰ ਲਿਆ। ਕਾਂਗਰਸ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹਦੇ ਨਾਲ ਅਸੀਂ ਬਹੁਤ ਵੱਡਾ ਦੇਖੋ ਜੀ ਕਿਲ੍ਹਾ ਢਾਤਾ ਅਕਾਲੀਆਂ ਦਾ। ਇਹ ਗੱਲਾਂ ਨਹੀਂ ਹੈਗੀਆਂ। ਪੰਜਾਬ ਦੇ ਲੋਕ ਬਹੁਤ ਸੁਚੇਤ ਹੋ ਰਹੇ ਨੇ, ਹੋ ਚੁੱਕੇ ਨੇ, ਔਰ ਪੰਜਾਬ ਦੇ ਲੋਕ ਅੱਜ ਇਹੀ ਸਵਾਲ ਪੁੱਛਦੇ ਨੇ ਕਿ ਜੇਕਰ ਤੁਸੀਂ ਕਹਿੰਦੇ ਹੋ ਕਿ ਅਸੀਂ ਮਾਰਕਾ ਮਾਰਤਾ, ਅਸੀਂ ਐਡਾ ਵੱਡਾ ਸੁਮੇਧ ਸੈਣੀ ਵਰਗਾ ਬੰਦਾ ਫੜ ਲਿਆ, ਪਰ ਮੈਂ ਇਹ ਪੁੱਛਣਾ ਚਾਹਣਾ ਕਿ ਕੀ 4.5 ਸਾਲ ਪਹਿਲਾਂ ਤੁਹਾਨੂੰ ਇਹ ਗੱਲਾਂ ਯਾਦ ਨਹੀਂ ਆਈਆਂ? ਅੱਜ ਜਦੋਂ ਵੋਟਾਂ ਨੇੜੇ ਨੇ, ਵੋਟਾਂ ਦਾ ਲਾਹਾ ਲੈਣ ਲਈ ਤੁਸੀਂ ਜਿਹੜਾ ਹੈਗਾ ਇੱਕ ਦੂਜੇ ਨੂੰ ਫਾਇਦਾ ਪਹੁੰਚਾਉਣ ਲਈ ਜਿਹੜਾ ਵੋਟਾਂ ਦੀ ਪੋਲਰਾਈਜੇਸ਼ਨ ਕਰਨ ਦੇ ਲਈ ਇਹ ਸਾਰਾ ਕੁਝ ਹੋ ਰਿਹਾ। ਸੋ ਇਦੋਂ ਵੱਧ ਕੁਝ ਵੀ ਨਹੀਂ ਹੈ। ਧੰਨਵਾਦ ਜੀ। ਜੀ ਡਾਕਟਰ ਸਾਹਿਬ, ਇੱਥੇ ਸਵਾਲ ਇਹ ਪੈਦਾ ਹੁੰਦਾ, ਸੁਮੇਧ ਸੈਣੀ ਹੋਰਾਂ ਨੂੰ ਗ੍ਰਿਫਤਾਰ ਤਾਂ ਕਰ ਲਿਆ ਗਿਆ ਤੇ ਜਿਹੜੇ ਇਲਜ਼ਾਮ ਨੇ ਉਹ ਹਾਲੇ ਤੱਕ ਵੀ ਮਤਲਬ ਪੂਰੀ ਤਰ੍ਹਾਂ ਸਾਬਿਤ ਨਹੀਂ ਹੋਏ। ਉਹ ਤਾਂ ਹਾਲੇ ਕੋਰਟ ਦੇ ਵਿੱਚ ਟ੍ਰਾਇਲ ਹੋਣਾ, ਉਹ ਤੋਂ ਬਾਅਦ ਇਲਜ਼ਾਮ ਸਾਬਿਤ ਹੋਣਗੇ ਤੇ ਇੰਨਾ ਜਿਹੜਾ ਸਮਾਂ ਲੰਘ ਗਿਆ ਉਹਦੇ ਵਿੱਚ ਵਿਚਕਾਰ ਜਿਹੜਾ ਸਮਾਂ ਹੋਊਗਾ ਇੰਨਾ ਵਕਫਾ ਪਊਗਾ, ਉਹਦੇ ਵਿੱਚ ਤਾਂ ਕੁਝ ਵੀ ਹੋ ਸਕਦਾ। ਕੀ ਲੱਗਦਾ ਕਿ ਸੁਮੇਧ ਸੈਣੀ ਹੋਰਾਂ ਨੂੰ ਕੋਈ ਜਿਹੜੇ ਇਲਜ਼ਾਮ ਲਗਾਏ ਗਏ ਨੇ ਉਹ ਖਾਰਜ ਵੀ ਹੋ ਸਕਦੇ ਨੇ, ਜਾਂ ਫਿਰ ਸੁਮੇਧ ਸੈਣੀ ਹੋਰਾਂ ਨੂੰ ਅਗਰ ਜੇਲ੍ਹ ਹੁੰਦੀ ਹੈ, ਜੇਲ੍ਹ ਹੋਣ ਤੋਂ ਬਾਅਦ ਕੀ ਉਹਨਾਂ ਨੂੰ ਵੀ ਉਸੇ ਤਰ੍ਹਾਂ ਦਾ ਟ੍ਰੀਟਮੈਂਟ ਦਿੱਤਾ ਜਾਊਗਾ ਜਿਵੇਂ ਕਿ ਆਮ ਨਾਗਰਿਕਾਂ ਨੂੰ ਦਿੱਤਾ ਜਾਂਦਾ? ਜੇ ਕਾਨੂੰਨ ਹੈ ਉਹ ਆਮ ਲੋਕਾਂ ਵਾਂਗੂ ਹੀ ਉਹਨਾਂ ਦੇ, ਜਿਵੇਂ ਕਿਹਾ ਜਾਂਦਾ ਕਿ ਸਭ ਨੂੰ ਬਰਾਬਰ ਦੀ ਨਾਗਰਿਕਤਾ ਹੈ, ਤਾਂ ਸੁਮੇਧ ਸੈਣੀ ਹੋਰਾਂ ਨੂੰ ਵੀ ਉਸੇ ਤਰ੍ਹਾਂ ਦਾ ਟ੍ਰੀਟਮੈਂਟ ਮਿਲੂਗਾ? ਜਾਂ ਫਿਰ ਉਹ ਇੱਕ ਪੁਲਿਸ ਦੇ ਵੱਡੇ ਅਹੁਦੇ ਤੇ ਰਹੇ ਨੇ ਤੇ ਹੁਣ ਤੱਕ ਜਿਹੜੀ ਸਰਕਾਰ ਉਹਦੇ ਪੱਖ 'ਚ ਰਹੀ ਹੈ, ਉਹਨੂੰ ਬਚਾਉਂਦੀ ਰਹੀ ਹੈ, ਜਾਂ ਫਿਰ ਉਹਨਾਂ ਨੂੰ ਇਸੇ ਤਰ੍ਹਾਂ ਕਿਸੇ ਨਾ ਕਿਸੇ ਤਰ੍ਹਾਂ ਮਤਲਬ ਕਿ ਬਾਹਰ ਕੱਢ ਲਿਆ ਜਾਵੇਗਾ? ਧੰਨਵਾਦ ਜੀ। ਕਾਨੂੰਨ ਬਾਰੇ ਇੱਕ ਬਹੁਤ ਵੱਡੇ ਵਿਦਵਾਨ ਨੇ ਜਿਹੜੇ ਖਾਸ ਤੌਰ ਤੇ ਪਲੇਟੋ ਦਾ ਮੈਨੂੰ ਯਾਦ ਆਉਂਦਾ ਹੈ, ਉਹਨਾਂ ਨੇ ਕਿਹਾ ਸੀਗਾ ਕਿ ਕਾਨੂੰਨ ਇੱਕ ਐਸਾ ਜਾਲਾ ਹੈ ਜਿਹਦੇ ਵਿੱਚ ਆਮ ਛੋਟੀਆਂ ਮੋਟੀਆਂ ਜਿਹੜੀਆਂ ਮੱਕੜੀਆਂ ਨੇ ਉਹ ਤਾਂ ਫਸ ਜਾਂਦੀਆਂ ਨੇ, ਪਰ ਇਹਦੇ ਵਿੱਚੋਂ ਹਾਥੀ ਘੋੜੇ ਜਿਹੜੇ ਨੇ ਉਹ ਪ੍ਰਵਾਹ ਨਹੀਂ ਮੰਨਦੇ। ਸੋ ਕਹਿਣ ਦਾ ਮਤਲਬ ਹੈ ਕਿ ਕਾਨੂੰਨ ਜਿਹੜਾ ਹੈਗਾ ਇਸ ਵੇਲੇ ਉਹ ਤਾਂ ਉਹਦੇ ਵਿੱਚ ਗਰੀਬ ਲੋਕ, ਜਿਵੇਂ ਤੁਸੀਂ ਕਹੇ ਆਮ ਲੋਕ ਜਿਹੜੇ ਨੇ ਉਹ ਜ਼ਰੂਰ ਫਸਦੇ ਆ। ਇੱਦਾਂ ਦੇ ਵੱਡੇ ਬੰਦੇ ਜਿਹੜੇ ਹੁੰਦੇ ਆ ਜਿਨ੍ਹਾਂ ਦੇ ਉੱਪਰ ਤੱਕ ਪਹੁੰਚ ਹੁੰਦੀ ਹੈ, ਉਹਨਾਂ ਨੂੰ ਉਹਦੇ 'ਚ ਘੱਟ ਹੀ ਜਿਹੜਾ ਹੈਗਾ ਕੋਈ ਨਾ ਕੋਈ ਸਜ਼ਾ ਮਿਲਦੀ ਹੈ। ਸੋ ਇਹੀ ਗੱਲ ਹੁਣ ਤੱਕ ਜਿਹੜੀ ਹੁਣ ਚੱਲਦੀ ਆਈ ਹੈ, ਅੱਗੇ ਵੀ ਇਹੀ ਚੱਲੇਗੀ, ਹੁਣ ਵੀ ਇਹੀ ਚੱਲ ਰਹੀ ਹੈ। ਸੋ ਕਹਿਣ ਦਾ ਭਾਵ ਇਹੀ ਹੈ ਕਿ ਇਹਨਾਂ ਦੀਆਂ ਕੋਈ ਇੱਦਾਂ ਦੀ ਸੰਭਾਵਨਾਵਾਂ ਨਹੀਂ ਹੈਗੀਆਂ ਕਿ ਇਹਨਾਂ ਨੂੰ ਕਾਨੂੰਨ ਦੇ ਦਾਇਰੇ 'ਚ ਫਸਾ ਕੇ ਕੋਈ ਇਹਨਾਂ ਨੂੰ ਜੇਲ੍ਹ ਹੋ ਜਾਏਗੀ ਵੱਡੀ, ਜਾਂ ਇਹ ਲੰਬਾ ਸਮਾਂ ਜੇਲ੍ਹ ਰਹਿਣਗੇ। ਹਾਂ, ਜਿੰਨੀ ਦੇਰ ਕਾਂਗਰਸ ਦੀ ਸਰਕਾਰ ਹੈ ਉਨੀ ਦੇਰ ਇੱਕ ਜ਼ਰੂਰ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਲੋਕਾਂ ਨੂੰ ਕਿ ਦੇਖੋ ਜੀ ਅਸੀਂ ਬਹੁਤ ਇਹਨਾਂ ਦੇ ਉੱਤੇ ਸ਼ਿਕੰਜਾ ਕੱਸਤਾ, ਇਹਨਾਂ ਨੂੰ ਜੇਲ੍ਹ ਭੇਜਤਾ। ਪਰ ਇਹਦੇ ਵਿੱਚ ਚੋਰ ਮੋਰੀਆਂ ਇੱਦਾਂ ਦੀਆਂ ਹੁੰਦੀਆਂ ਨੇ ਕਾਨੂੰਨ ਦੀਆਂ ਕਿ ਜਦੋਂ ਹੀ ਸਰਕਾਰ ਜਿਹੜੀ ਹੈਗੀ ਹੈ ਜਾਏਗੀ 22 ਦੇ ਵਿੱਚ, ਨਵੀਂ ਸਰਕਾਰ ਆ ਜਾਏਗੀ, ਤਾਂ ਸਾਰੀਆਂ ਚੀਜ਼ਾਂ ਬਿਲਕੁਲ ਉਲਟ ਹੋ ਜਾਣਗੀਆਂ। ਸੋ ਇਹੀ ਸੁਮੇਧ ਸੈਣੀ ਉਹਨਾਂ ਦੇ ਹੀਰੋ ਬਣ ਜਾਣੇ ਆ। ਸੋ ਕਹਿਣ ਦਾ ਮਤਲਬ ਜਿਵੇਂ ਪਹਿਲਾਂ ਤਾਂ ਤੁਹਾਨੂੰ ਯਾਦ ਹੋਏਗਾ ਕਿ ਬਾਦਲਾਂ ਵੇਲੇ ਜਿਹੜਾ ਹੈ ਕਿ ਇਹਨਾਂ ਨੂੰ DGP ਲਾਇਆ ਗਿਆ ਸੀਗਾ ਇਸ ਆਧਾਰ 'ਤੇ ਕਿ ਇਹਨਾਂ ਨੇ ਬੜਾ ਕੰਮ ਕੀਤਾ, ਬਹੁਤ ਇਹ ਪੰਜਾਬ ਦੇ ਲਈ ਲਾਹੇਵੰਦ ਅਫਸਰ ਨੇ। ਸੋ ਹੁਣ ਇਹ ਦਿਖਾਉਣ ਦੀ ਕੋਸ਼ਿਸ਼ ਹੈ ਕਿ ਇਹਨਾਂ ਨੇ ਕੁਝ ਨਹੀਂ ਕੀਤਾ। ਮੇਰਾ ਕਹਿਣ ਦਾ ਮਤਲਬ ਹੈ ਕਿ ਕਾਨੂੰਨ ਜਿਹੜਾ ਹੈਗਾ, ਕਾਨੂੰਨ ਦਾ ਰਾਜ ਨਹੀਂ ਹੈ, ਇਹਦੇ ਸੱਤਾ ਦਾ ਜਿਹੜਾ ਹੈਗਾ, ਸੱਤਾ ਕਿਹਦੇ ਕੋਲ ਹੈ? ਔਰ ਸੱਤਾ ਉਹਦੇ ਕੋਲ ਹੈ ਜਿਹਦੇ ਕੋਲ ਪੈਸਾ ਹੈ। ਔਰ ਆਪਾਂ ਨੂੰ ਵੀ ਪਤਾ ਹੈ ਕਿ ਪੈਸੇ ਵਾਲਿਆਂ ਦਾ ਜਿਹੜਾ ਹੈਗਾ ਕਿਵੇਂ ਮਰਜ਼ੀ ਕਾਨੂੰਨ ਨੂੰ ਤੋੜ ਮਰੋੜ ਕੇ ਵਰਤੀ ਜਾਂਦੇ ਨੇ। ਸੋ ਇਹੀ ਗੱਲ ਸੁਮੇਧ ਸੈਣੀ ਹੋਰਾਂ ਦੇ ਕੇਸ 'ਚ ਸਾਹਮਣੇ ਆਏਗੀ ਕਿ ਇਹਦੇ ਵਿੱਚ ਇੱਦਾਂ ਦੀਆਂ ਚੋਰ ਮੋਰੀਆਂ ਨੇ ਕਿ ਤੁਸੀਂ ਅਗਲਾ ਜਿਹੜਾ ਜਦੋਂ ਸੱਤਾ ਆਏਗੀ, ਅਗਲੀ ਸਰਕਾਰ ਆਏਗੀ, ਉਹਨਾਂ ਨੇ ਆਪਣੇ ਮੁਤਾਬਕ ਕਾਨੂੰਨ ਨੂੰ ਬਦਲ ਕੇ ਇਹਨਾਂ ਨੂੰ ਬਰੀ ਕਰਾ ਲੈਣਾ ਹੈ। ਡਾਕਟਰ ਸਾਹਿਬ, ਜਿਵੇਂ ਕਿ ਦਿੱਲੀ ਦੀਆਂ ਬਰੂਹਾਂ ਤੇ ਸੰਘਰਸ਼ ਚੱਲ ਰਿਹਾ ਕਿਸਾਨਾਂ ਦਾ, ਦਿੱਲੀ ਦੀਆਂ ਬਰੂਹਾਂ ਤੇ ਲਗਾਤਾਰ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ, ਤੇ ਹੁਣ ਕਿਸਾਨਾਂ ਦੀ ਜਿਹੜੀ 31 ਜਥੇਬੰਦੀਆਂ ਨੇ ਉਹਨਾਂ ਵੱਲੋਂ ਐਲਾਨ ਕੀਤਾ ਗਿਆ ਕਿ ਗੰਨੇ ਦੇ ਜਿਹੜੇ ਸਮਰਥਨ ਮੁੱਲ ਨੂੰ ਲੈ ਕੇ ਵੀ ਗੰਨੇ ਦਾ ਜਿਹੜਾ ਮੁੱਲ ਆ ਰੇਟ ਵਧਾਇਆ ਜਾਵੇ, ਉਹਨੂੰ ਲੈ ਕੇ ਜਲੰਧਰ ਦੇ ਉੱਤੇ ਫਾਟਕਾਂ ਦੇ ਉੱਤੇ ਧਰਨਾ ਲਗਾਇਆ ਜਾਵੇਗਾ, ਪੱਕਾ ਧਰਨਾ। ਤੇ ਜਥੇਬੰਦੀਆਂ ਲਗਾਤਾਰ ਕਾਫੀ ਦਿਨਾਂ ਤੋਂ ਇਹ ਗੱਲ ਕਹਿ ਰਹੀਆਂ ਨੇ ਤੇ
ਕਿ 20 ਤਰੀਕ ਨੂੰ ਅਸੀਂ ਇਹ ਧਰਨਾ ਲਗਾਉਣਾ, ਤੇ ਧਰਨਾ ਵੀ ਲੱਗ ਗਿਆ, ਸਾਰਾ ਕੁਝ ਹੋ ਗਿਆ। ਕਿ ਕਿਤੇ ਇਹ ਗੱਲ ਤਾਂ ਨਹੀਂ ਹੈ ਵੀ ਜਿਹੜਾ ਕਿ ਜਿਸ ਤਰ੍ਹਾਂ ਦਿੱਲੀ ਦਾ ਧਰਨਾ ਰੂਪ ਧਾਰ ਚੁੱਕਿਆ, ਜਿਸ ਤਰ੍ਹਾਂ ਦਾ ਰੂਪ, ਤੇ ਉਹ ਧਰਨਾ ਕਿਤੇ ਪੰਜਾਬ ਵਾਲਾ ਧਰਨਾ ਵੀ ਉਹੀ ਰੂਪ ਨਾਲ ਧਾਰ ਲਵੇ। ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਕਿਤੇ ਇਹਨਾਂ ਚੀਜ਼ਾਂ ਦੇ ਨਾਲ ਕਿਤੇ ਸਮੇਧ ਸੈਣੀ ਹੋਰਾਂ ਨੂੰ ਗ੍ਰਿਫਤਾਰੀ ਦਾ ਕੋਈ ਸੰਬੰਧ ਤਾਂ ਨਹੀਂ? ਧੰਨਵਾਦ ਜੀ। ਦੇਖੋ ਬਿਲਕੁਲ ਹੁੰਦਾ ਹੈ। ਇੱਕ ਤਾਂ ਪਹਿਲੀ ਗੱਲ ਤਾਂ ਹੈ ਕਿ ਆਪਾਂ ਨੂੰ ਵੀ ਪਤਾ ਹੈ ਕਿ ਇਸ ਵੇਲੇ ਪੰਜਾਬ 'ਚ ਬਹੁਤ ਵੱਡਾ ਸੰਘਰਸ਼ ਕਿਸਾਨਾਂ ਦਾ ਚੱਲ ਰਿਹਾ ਹੈ, ਔਰ ਖ਼ਾਸ ਤੌਰ 'ਤੇ ਦਿੱਲੀ ਦੀਆਂ ਜਿਵੇਂ ਤੁਸੀਂ ਕਹਿੰਦੇ ਹੋ ਬਰੂਹਾਂ 'ਤੇ ਪਿਛਲੇ 9 ਮਹੀਨਿਆਂ ਤੋਂ ਸਾਡੇ ਕਿਸਾਨ ਬੈਠੇ ਨੇ। ਔਰ ਹੁਣ ਕਿਉਂਕਿ 22 ਦੀਆਂ ਚੋਣਾਂ ਨੇ, ਹੁਣ 22 ਦੀਆਂ ਚੋਣਾਂ ਕਰਕੇ ਪੰਜਾਬ ਦਾ ਜਿਹੜਾ ਅਖਾੜਾ ਹੈ ਇਲੈਕਸ਼ਨ ਦਾ, ਚੋਣਾਂ ਦਾ, ਉਹ ਭਖ ਚੁੱਕਿਆ ਬੁਰੀ ਤਰ੍ਹਾਂ। ਔਰ ਉਹਦੇ ਵਿੱਚ ਸਾਰੀਆਂ ਪਾਰਟੀਆਂ ਜਿਹੜੀਆਂ ਨੇ ਕੋਸ਼ਿਸ਼ ਕਰ ਰਹੀਆਂ ਨੇ, ਇੱਥੋਂ ਤੱਕ ਕਿ ਅਕਾਲੀ ਦਲ ਜਦੋਂ ਇਹ ਕਹਿ ਰਿਹਾ ਕਿ ਅਸੀਂ ਹਰ ਵਿਧਾਨ ਸਭਾ ਦੇ ਵਿੱਚ ਜਾਵਾਂਗੇ, ਉਹਨਾਂ ਦਾ ਵੀ ਕਿਸਾਨ ਵਿਰੋਧ ਕਰ ਰਹੇ ਨੇ। ਕਿਸਾਨ ਲਗਾਤਾਰ ਸਵਾਲ ਪੁੱਛ ਰਹੇ ਨੇ ਅਕਾਲੀ ਦਲ ਦੇ ਨੇਤਾਵਾਂ ਤੋਂ। ਸੋ ਇਸੇ ਤਰ੍ਹਾਂ ਜੇਕਰ ਇਦਾਂ ਦੀ ਗੱਲ ਹੁੰਦੀ ਹੈ, ਆਪਾਂ ਨੂੰ ਵੀ ਪਤਾ ਹੈ ਕਿ ਗੰਨੇ ਦਾ ਜਿਹੜਾ ਬਕਾਇਆ ਹੈ ਪਿਛਲੇ ਲੰਮੇ ਸਮੇਂ ਤੋਂ ਬਹੁਤ ਜਿਹੜੀ ਹੈਗੀ ਸਰਕਾਰਾਂ ਨੇ ਉਹਨੂੰ ਲਟਕਾਉਣ ਦੀ ਕੋਸ਼ਿਸ਼ ਕੀਤੀ ਹੈ, ਔਰ ਗੰਨੇ ਦਾ ਭਾਅ ਜਿਹੜਾ ਹੈਗਾ ਸਾਡੇ ਪੰਜਾਬ ਦੇ ਕਿਸਾਨਾਂ ਨੂੰ ਹੁਣ ਤੱਕ ਪ੍ਰੋਪਰ ਨਹੀਂ ਮਿਲਿਆ। ਉਹਦਾ ਜਿਹੜਾ ਹੈਗਾ ਰੋਸ ਹੈ ਖਾਸ ਤੌਰ 'ਤੇ ਦੁਆਬੇ ਔਰ ਮਾਝੇ ਏਰੀਏ ਦੇ ਵਿੱਚ। ਇਸੇ ਕਰਕੇ ਹੀ ਜਿਹੜਾ ਹੈਗਾ ਇਹ ਹੋ ਸਕਦਾ ਹੈ, ਉਮੀਦ ਇਹੀ ਕੀਤੀ ਜਾਣੀ ਚਾਹੀਦੀ ਹੈ ਕਿ ਉਸ ਸੰਘਰਸ਼ ਤੋਂ ਇੱਧਰ ਉੱਧਰ ਧਿਆਨ ਹਟਾਉਣ ਦੇ ਲਈ ਇਹ ਜਿਹੜਾ ਹੈਗਾ ਮਸਲਾ ਸਮੇਧ ਸੈਣੀ ਦਾ ਖੜਾ ਕਰਕੇ ਲੋਕਾਂ ਦਾ ਧਿਆਨ ਵੰਡਿਆ ਜਾਏ, ਲੋਕਾਂ ਦਾ ਧਿਆਨ ਕੈਪਟਨ ਸਾਹਿਬ ਦੀ ਜਿਹੜੇ ਲਾਰੇ ਨੇ ਉਹਨਾਂ ਦੇ ਉੱਤੇ ਜਿਹੜਾ ਹੈਗਾ ਨਾ ਕਿਤੇ ਚਲਾ ਜਾਏ। ਇਸ ਕਰਕੇ ਇਦਾਂ ਦੀਆਂ ਸੰਭਾਵਨਾਵਾਂ ਜ਼ਿਆਦਾ ਨਜ਼ਰ ਆ ਰਹੀਆਂ ਨੇ। ਤੁਰੰਤ ਜੀ ਪ੍ਰੋਫੈਸਰ ਸਾਹਿਬ, ਗੱਲਬਾਤ ਲਈ ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਜੀ। ਤਾਂ ਦੋਸਤੋ, ਇਹ ਸੀ ਜੀ ਡਾਕਟਰ ਭੀਮਿੰਦਰ ਜੀ, ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਜੇਕਰ ਸਮੇਧ ਸੈਣੀ ਹੋਰਾਂ ਦੀ ਗ੍ਰਿਫਤਾਰੀ ਹੋਈ ਹੈ, ਉਹਦੇ ਵਿੱਚ ਅਸਲ ਦੇ ਵਿੱਚ ਸਰਕਾਰਾਂ ਦਾ ਰੋਲ ਕਿਹੋ ਜਿਹਾ ਰਿਹਾ ਹੈ। ਤੇ ਜੇਕਰ ਇਸ ਤਰ੍ਹਾਂ ਦੇ ਕੋਈ ਵੀ ਵੱਡੇ ਅਹੁਦੇਦਾਰ ਜਾਂ ਫਿਰ ਵੱਡੀ ਪੋਜੀਸ਼ਨਾਂ 'ਤੇ ਰਹਿ ਚੁੱਕੇ ਬੰਦਿਆਂ ਨੂੰ ਕਦੇ ਵੀ ਕੋਈ ਕੇਸ ਦੇ ਮੁਤਾਬਕ ਜਾਂ ਫਿਰ ਕਿਸੇ ਵੀ ਤਰ੍ਹਾਂ ਗ੍ਰਿਫਤਾਰ ਕੀਤਾ ਜਾਂਦਾ, ਤਾਂ ਅਸਲ ਦੇ ਵਿੱਚ ਜਿਹੜਾ ਕਿ ਜ਼ਮੀਨੀ ਪੱਧਰ 'ਤੇ ਉਹਨਾਂ ਦਾ ਟਰੀਟਮੈਂਟ ਹੁੰਦਾ ਉਹ ਕਿਹੋ ਜਿਹਾ ਹੁੰਦਾ। ਸੋ ਤੁਹਾਨੂੰ ਅੱਜ ਦੀ ਇਹ ਜਿਹੜੀ ਮੁਲਾਕਾਤ ਹੈ ਉਹ ਕਿਸ ਤਰ੍ਹਾਂ ਦੀ ਲੱਗੀ, ਤੁਸੀਂ ਆਪਣੀ ਰਾਏ ਆ ਜਿਹੜੀ ਉਹ ਕਮੈਂਟ ਬਾਕਸ 'ਚ ਦੇਣਾ ਨਾ ਭੁੱਲਿਓ, ਤੇ ਪੁਆਧੀ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਜੁੜੇ ਰਹੋ ਪੁਆਧੀ ਟੀਵੀ ਦੇ ਨਾਲ। ਸਤਿ ਸ਼੍ਰੀ ਅਕਾਲ।